ਹੈਲੋ ਨਰਸਿੰਗ ਆਫਿਸਰਸ, ਵੈਲਕਮ ਬੈਕ ਟੂ ਮਾਈ ਚੈਨਲ ਪੰਜਾਬ ਨਰਸਿੰਗ ਆਫਿਸਰਸ। ਸੋ ਅੱਜ ਆਪਾਂ ਗੱਲ ਕਰਾਂਗੇ MCQs ਦੀ। ਅੱਜ ਅਸੀਂ ਉਹੀ MCQs ਡਿਸਕਸ ਕਰਾਂਗੇ ਜਿਹੜੇ ਪ੍ਰੀਵੀਅਸ ਐਗਜ਼ਾਮ ਵਿੱਚ ਪੁੱਛੇ ਗਏ ਨੇ, ਜਿਹੜੇ ਪ੍ਰੀਵੀਅਸ ਲਾਸਟ 5 ਇਅਰਸ 'ਚ ਪੁੱਛੇ ਗਏ ਨੇ, ਕਿਉਂਕਿ ਇਹੀ MCQs ਬਾਰ-ਬਾਰ ਐਗਜ਼ਾਮ 'ਚ ਰਿਪੀਟ ਹੁੰਦੇ ਨੇ। ਸੋ ਚੱਲਦੇ ਹਾਂ ਆਪਾਂ ਫਸਟ ਕੁਐਸਚਨ ਦੀ ਤਰਫ। ਵਿਚ ਇਜ਼ ਦ ਲਾਰਜੈਸਟ ਔਰਗਨ ਆਫ ਦ ਬੋਡੀ? ਆਪਸ਼ਨ A ਲਿਵਰ, ਆਪਸ਼ਨ B ਬ੍ਰੇਨ, ਆਪਸ਼ਨ C ਕਿਡਨੀ, ਆਪਸ਼ਨ D ਸਕਿਨ। ਸੋ ਲਾਰਜੈਸਟ ਔਰਗਨ ਆਫ ਬੋਡੀ ਇਜ਼ ਸਕਿਨ। ਇਹੀ ਕੁਐਸਚਨ ਐਗਜ਼ਾਮੀਨਰ ਤੁਹਾਨੂੰ ਦੂਸਰੇ ਤਰੀਕੇ ਨਾਲ ਵੀ ਪੁੱਛ ਸਕਦਾ ਹੈ ਕਿ ਲਾਰਜੈਸਟ ਗਲੈਂਡ ਕਿਹੜਾ ਹੈ, ਲਾਰਜੈਸਟ ਗਲੈਂਡ ਆਫ ਹਿਊਮਨ ਬੋਡੀ, ਤਾਂ ਤੁਸੀਂ ਇਸ ਦਾ ਆਨਸਰ ਉਸ ਸਮੇਂ ਲਿਵਰ ਕਰਨਾ ਹੈ। ਬਟ ਅਗਰ ਲਾਰਜੈਸਟ ਔਰਗਨ ਪੁੱਛੇ ਦੈਨ ਇਟ ਇਜ਼ ਸਕਿਨ। ਹੁਣ ਚੱਲਦੇ ਹਾਂ ਆਪਾਂ ਨੈਕਸਟ ਕੁਐਸਚਨ ਦੀ ਤਰਫ। ਦ ਐਗਜ਼ਾਮਪਲ ਆਫ ECF ਇਜ਼? ਆਪਸ਼ਨ A CSF, ਆਪਸ਼ਨ B blood, option C interstitial fluid, option D all of the above. So ECS stand for extracellular fluid. So CSF is cerebrospinal fluid. It is also an extracellular fluid क्योंकि यह subarachnoid space 'ਚ ਹੁੰਦਾ ਹੈ। ਤੇ blood second option ਸੀ blood is also an extracellular fluid। ਤੇ ਨੈਕਸਟ ਸਾਡੀ ਕੀ ਆਪਸ਼ਨ ਹੈ? interstitial fluid। interstitial fluid ਕਿਹੜਾ ਹੈ? the fluid between two cells। ਸੋ ਇਹ ਸਾਰੇ ਹੀ ਐਕਸਟਰਾ ਸੈਲੂਲਰ ਫਲੂਇਡ ਨੇ। ਸੋ ਰਾਈਟ ਆਨਸਰ ਕੀ ਹੋਇਆ ਆਪਣਾ? ਆਪਸ਼ਨ D ਆਲ ਆਫ ਦੀ ਅਬਵ। ਹੁਣ ਚੱਲਦੇ ਆਪਾਂ ਨੈਕਸਟ ਕੁਐਸਚਨ ਦੀ ਤਰਫ। ਦ ਕਰੈਕਟ ਆਰਡਰ ਆਫ ਲੇਅਰ ਆਫ ਐਪੀਡਰਮਿਸ ਫਰੋਮ ਆਊਟਰ ਟੂ ਇਨਰ ਸਾਈਡ? ਆਪਸ਼ਨ A corneum, lucidum, granulosum, germinative, option B corneum, granulosum, lucidum, germinative, option C germinative, granulosum, corneum, lucidum, option D ਜਰਮੀਨੇਟਿਵ, corneum, lucidum and granulosum। ਸੋ ਆਪਾਂ ਐਪੀਡਰਮਿਸ ਦੀ ਲੇਅਰਸ ਨੂੰ ਕਿਵੇਂ ਯਾਦ ਕਰਨਾ ਹੈ? ਇਸਦਾ ਇੱਕ ਨਿਮੋਨਿਕ ਹੈ। ਨਿਮੋਨਿਕ ਹੈ ਬ੍ਰਿਟਿਸ਼ ਐਂਡ ਸਪੈਨਿਸ਼ ਗ੍ਰੈਨੀਜ਼ ਲਵ ਕੌਰਨਫਲੇਕਸ। ਸੋ B stand for stratum basale and S stand for stratum spinosum, G stand for stratum granulosum, L stand for stratum lucidum and C stand for stratum corneum। ਸੋ ਜਿਹੜਾ ਇਹ ਆਰਡਰ ਹੈ ਇਨਰ ਟੂ ਆਊਟਰ ਹੈ। ਸੋ ਸਾਨੂੰ ਕੁਐਸਚਨ ਵਿੱਚ ਕੀ ਇਨਫੋਰਮੇਸ਼ਨ ਦਿੱਤੀ ਹੈ? ਕੁਐਸਚਨ ਵਿੱਚ ਸਾਡੇ ਤੋਂ ਆਊਟਰ ਟੂ ਇਨਰ ਪੁੱਛਿਆ ਗਿਆ ਹੈ। ਸੋ ਚੱਲਦੇ ਹਾਂ ਆਪਸ਼ਨ ਦੀ ਤਰਫ। ਸੋ ਸਾਡੀ ਕਿਹੜੀ ਆਪਸ਼ਨ ਰਾਈਟ ਹੋਈ? ਆਪਸ਼ਨ A corneum, lucidum, granulosum, germinative। ਚੱਲਦੇ ਆਪਾਂ ਨੈਕਸਟ ਆਪਸ਼ਨ ਦੀ ਤਰਫ। ਦ ਸੈਲ ਫਰੋਮ ਵਿਚ human body develop is known as? option A ovary, option B ovum, option C zygote, option D sperm। so right answer is zygote। so zygote ਕੀ ਹੈ? zygote is a single formed cell after fertilization। ਹੁਣ ਚੱਲਦੇ ਆਪਾਂ ਨੈਕਸਟ ਕੁਐਸਚਨ ਦੀ ਤਰਫ। the epithelial tissue found in lining of urinary bladder? option A squamous epithelium, option B columnar epithelium, option C ciliated epithelium, option D transitional epithelium। ਸੋ ਇਸ ਦਾ ਰਾਈਟ ਆਨਸਰ ਹੈ ਆਪਸ਼ਨ D ਟ੍ਰਾਂਜੀਸ਼ਨਲ ਐਪੀਥੀਲੀਅਮ। ਤੇ ਟ੍ਰਾਂਜੀਸ਼ਨਲ ਐਪੀਥੀਲੀਅਮ ਕਿਉਂ ਹੁੰਦਾ ਹੈ? ਕਿਉਂਕਿ ਟ੍ਰਾਂਜੀਸ਼ਨਲ ਐਪੀਥੀਲੀਅਮ ਦੀ ਇੱਕ ਸਪੈਸ਼ਲ ਪ੍ਰੋਪਰਟੀ ਹੁੰਦੀ ਹੈ ਕਿ ਐਕਸਪੈਂਡ ਹੋ ਸਕਦੇ ਆ। ਸੋ ਜਦੋਂ ਵੀ ਬਲੈਡਰ ਫੁੱਲ ਹੁੰਦਾ ਹੈ ਤਾਂ ਇਹ ਐਕਸਪੈਂਡ ਹੋ ਜਾਂਦੇ ਆ ਟੂ ਪ੍ਰੀਵੈਂਟ ਰਪਚਰ ਆਫ ਬਲੈਡਰ। ਹੁਣ ਚੱਲਦੇ ਆਪਾਂ ਨੈਕਸਟ ਕੁਐਸਚਨ ਦੀ ਤਰਫ। ਦ ਐਪੀਥੀਲੀਅਲ ਟਿਸ਼ੂ ਫਾਊਂਡ ਇਨ ਯੂਟਰਾਈਨ ਟਿਊਬ? ਸੋ ਯੂਟਰਾਈਨ ਟਿਊਬ ਇਜ਼ ਫਲੋਪੀਨ ਟਿਊਬ। ਆਪਸ਼ਨ A squamous epithelium, option B columnar epithelium, option C ciliated epithelium, option D transitional epithelium। ਸੋ ਫੈਲੋਪੀਨ ਟਿਊਬ ਵਿੱਚ ਕਿਹੜੇ ਐਪੀਥੀਲੀਅਮ ਹੁੰਦੇ ਨੇ? ਸਿਲੀਏਟਡ ਐਪੀਥੀਲੀਅਮ। ਸੋ ਜਿਹੜੇ ਕਿ ਸਿਲੀਏਟਡ ਐਪੀਥੀਲੀਅਮ ਚ ਜੋ ਸਿਲੀਆ ਹੁੰਦੇ ਨੇ ਉਹ ਹੈਲਪ ਕਰਦੇ ਨੇ ਮੂਵਮੈਂਟ ਆਫ ਐਗ ਟੂ ਮੂਵ ਟੂਵਰਡ ਦਾ ਯੂਟਰਸ ਆਫਟਰ ਫਰਟੀਲਾਈਜੇਸ਼ਨ। ਸੋ ਰਾਈਟ ਆਪਸ਼ਨ ਇਜ਼ C ਸਿਲੀਏਟਡ ਐਪੀਥੀਲੀਅਮ। ਚੱਲਦੇ ਆਪਾਂ ਨੈਕਸਟ ਕੁਐਸਚਨ ਦੀ ਤਰਫ। ਦ ਐਂਡੋਕਰਾਈਨ ਗਲੈਂਡ ਵਿਚ ਕੰਟਰੋਲ ਦ ਫੰਕਸ਼ਨ ਆਫ ਅਦਰ ਐਂਡੋਕਰਾਈਨ ਗਲੈਂਡ? ਆਪਸ਼ਨ A ਐਡਰੀਨਲ ਗਲੈਂਡ, ਆਪਸ਼ਨ B ਪੈਨਕ੍ਰੀਆਸ, ਆਪਸ਼ਨ C ਪਿਟਿਊਟਰੀ, ਆਪਸ਼ਨ D ਥਾਇਰੋਇਡ ਗਲੈਂਡ। ਸੋ ਕਿਹੜਾ ਐਂਡੋਕਰਾਈਨ ਗਲੈਂਡ ਹੈ ਜਿਹੜਾ ਕਿ ਅਦਰ ਐਂਡੋਕਰਾਈਨ ਗਲੈਂਡਸ ਨੂੰ ਕੰਟਰੋਲ ਕਰਦਾ ਹੈ? ਸੋ ਆਪਸ਼ਨ C ਇਜ਼ ਅ ਰਾਈਟ ਆਨਸਰ ਪਿਟਿਊਟਰੀ ਗਲੈਂਡ। ਪਿਟਿਊਟਰੀ ਗਲੈਂਡ ਨੂੰ ਆਪਾਂ ਹੋਰ ਕੀ ਕਹਿੰਦੇ ਆ? ਮਾਸਟਰ ਗਲੈਂਡ ਵੀ ਬੋਲਦੇ ਆ ਕਿਉਂਕਿ ਸਾਰੇ ਅਦਰਸ ਗਲੈਂਡ ਦੇ ਫੰਕਸ਼ਨ ਨੂੰ ਕੰਟਰੋਲ ਕਰਦਾ ਹੈ। ਚੱਲਦੇ ਆਪਾਂ ਨੈਕਸਟ ਕੁਐਸਚਨ ਦੀ ਤਰਫ। नेक्स्ट क्वेश्चन है द बोन इज नॉट फॉर्मिंग द बाउंड्री ऑफ क्रेनियल कैविटी। ऑप्शन ए पेराइटल, ऑप्शन बी स्फेनॉइड, ऑप्शन सी मैंडिबुलर, ऑप्शन डी टेम्पोरल।
ਸੋ ਕਿਹੜੀ ਇਹਨਾਂ ਚੋਂ ਕ੍ਰੇਨੀਅਲ ਕੈਵਿਟੀ ਦੀ ਬਾਉਂਡਰੀ ਨਹੀਂ ਹੈ? ਆਪਸ਼ਨ ਬੀ ਇਜ਼ ਦ ਰਾਈਟ ਆਂਸਰ, ਸਿਫਿਨੋਇਡ ਬੋਨ। ਬਾਕੀ ਪੈਰਾਈਟਲ, ਮੈਂਡੀਬੂਲਰ ਐਂਡ ਟੈਂਪੋਰਲ ਬੋਨ ਕ੍ਰੇਨੀਅਲ ਕੈਵਿਟੀ 'ਚ ਆਉਂਦੀਆਂ ਨੇ। ਚੱਲਦੇ ਆਪਾਂ ਨੈਕਸਟ ਕੁਐਸਚਨ ਦੀ ਤਰਫ। The volume of voice produced by a man depend upon option A length of vocal cord, option B force with which the cord vibrate, option C shape of mouth, option D tightness of vocal cord। So right answer is force with which the cord vibrates। So जिस force ਨਾਲ vocal cord vibrate ਹੁੰਦੀਆਂ ਨੇ ਉਹ ਸਾਡੀ ਵੋਲਿਊਮ ਨੂੰ ਦੱਸਦੀਆਂ ਨੇ। so ਜਿੰਨੀ force ਨਾਲ vocal cord vibrate ਹੋਣਗੀਆਂ ਉਨੀ ਵੋਲਿਊਮ ਹੋਏਗੀ ਵੌਇਸ ਦੀ। ਹੁਣ ਚੱਲਦੇ ਆਪਾਂ ਨੈਕਸਟ ਕੁਐਸਚਨ ਦੀ ਤਰਫ। ਨੈਕਸਟ ਕੁਐਸਚਨ ਹੈ the patient present symptom at the time of acute respiratory failure, option A hypercapnia, option B hypoventilation, option C hypoxia। so acute respiratory failure ਚ ਕੀ symptoms ਹੁੰਦੇ ਨੇ? option A ਕੀ ਹੈ? hypercapnia। hypercapnia means increased level of partial pressure of carbon dioxide। so ਸਾਨੂੰ ਸਾਰਿਆਂ ਨੂੰ ਪਤਾ ਹੈ normal partial pressure of CO2 ਕਿੰਨਾ ਹੁੰਦਾ ਹੈ? 35 to 45 mm of Hg। so ਜਦੋਂ ਵੀ acute respiratory ਫੇਲੀਅਰ ਹੋਏਗਾ ਤਾਂ CO2 ਦਾ ਲੈਵਲ ਜ਼ਿਆਦਾ ਹੋਏਗਾ। ਨੈਕਸਟ ਆਪਸ਼ਨ ਕੀ ਹੈ? ਹਾਈਪੋਵੈਂਟੀਲੇਸ਼ਨ। ਹਾਈਪੋਵੈਂਟੀਲੇਸ਼ਨ ਮੀਨ ਬਰੀਥਿੰਗ that is too shallow or too slow to meet the need of body। so ਜੋ ਰੈਸਪੀਰੇਸ਼ਨ ਹੈ ਉਹ ਬਹੁਤ ਸਲੋ ਹੈ ਜਾਂ ਸ਼ੈਲੋ ਹੈ, ਇਹ ਵੀ ਸਾਡਾ acute respiratory failure ਦਾ symptom ਹੋਏਗਾ। ਨੈਕਸਟ ਆਪਸ਼ਨ ਕੀ ਹੈ? ਹਾਈਪੋਕਸੀਆ। ਹਾਈਪੋਕਸੀਆ ਮੀਨ decreased level of oxygen in blood। so ਇਹ ਵੀ acute respiratory failure ਦਾ symptom ਹੋਏਗਾ। so right option ਕੀ ਬਣੀ ਸਾਡੀ? option D all of the above। ਹੁਣ ਚੱਲਦੇ ਆਪਾਂ ਨੈਕਸਟ ਕੁਐਸਚਨ ਦੀ ਤਰਫ। the partial pressure of oxygen in deoxygenated and oxygenated blood respectively are option A 100 mm of Hg and 140 mm of Hg, option B 60 mm of Hg and 120 mm of Hg, option C 40 mm of Hg and 100 mm of Hg, option D 20 mm of Hg and 60 mm of Hg। so partial pressure of oxygen ਕੀ ਹੁੰਦਾ ਹੈ? partial pressure measures the level or presence of oxygen dissolved in blood। it measures the pressure of single gas component in mixture of gases। so right option is 40 mm of Hg and 100 mm of Hg, option C। so deoxygenated blood ਚ ਕਿੰਨਾ ਹੁੰਦਾ ਹੈ? 40 mm of Hg and oxygenated blood ਚ ਕਿੰਨਾ ਹੁੰਦਾ ਹੈ? 100 mm of Hg। ਹੁਣ ਚੱਲਦੇ ਆਪਾਂ ਨੈਕਸਟ ਕੁਐਸਚਨ ਦੀ ਤਰਫ। the life span of sperm is option A 48 to 72 hours, option B 24 to 48 hours, option C 12 to 24 hours, option D 0 to 12 hours। so sperm ਕੀ ਹੈ? smallest cell of human body। so life span ਕਿੰਨਾ ਹੁੰਦਾ ਹੈ sperm ਦਾ? option A 48 to 72 hours। so ਇਵੇਂ ਹੀ ਤੁਹਾਨੂੰ ovum ਦਾ life span ਵੀ ਪਤਾ ਹੋਣਾ ਚਾਹੀਦਾ ਹੈ। ovum ਦਾ life span ਕਿੰਨਾ ਹੁੰਦਾ ਹੈ? less than 24 hours। so ovum is the largest cell of the human body। ਹੁਣ ਚੱਲਦੇ ਆਪਾਂ ਨੈਕਸਟ ਕੁਐਸਚਨ ਦੀ ਤਰਫ। ਨੈਕਸਟ ਕੁਐਸਚਨ ਹੈ ਫੁੱਲ ਫਾਰਮ ਆਫ ਰਾਈਸ। ਤਾਂ ਰਾਈਸ ਕੀ ਹੈ? ਰਾਈਸ ਮਸਕੂਲੋਸਕੈਲਟਨ ਇੰਜਰੀਜ਼ ਚ ਯੂਜ਼ ਕੀਤਾ ਜਾਂਦਾ ਹੈ। ਇਸ ਦੀ ਫੁੱਲ ਫਾਰਮ ਕੀ ਹੈ? R stand for rest, I stand for ice and C stand for compression and E stand for elevation। ਸੋ ਇਹ ਮਸਕੂਲੋਸਕੈਲਟਨ ਇੰਜਰੀਜ਼ ਵਿੱਚ ਯੂਜ਼ ਕੀਤਾ ਜਾਂਦਾ ਹੈ। पेशेंट ਨੂੰ ਰੈਸਟ ਕਰਾਣੀ ਹੈ, ਆਈਸ ਲਗਾਣੀ ਹੈ, ਕੰਪਰੈਸ਼ਨ ਦੇਣਾ ਹੈ ਐਂਡ ਐਲੀਵੇਟ ਕਰਨਾ ਹੈ ਇੰਜਰੀ ਸਾਈਟ ਨੂੰ। ਜਿਵੇਂ ਸਪ੍ਰੇਨ ਜਾਂ ਸਟ੍ਰੇਨ ਹੋ ਗਈ ਹੈ ਪੇਸ਼ੈਂਟ ਨੂੰ, ਉਦੋਂ ਇਹ ਯੂਜ਼ ਹੁੰਦਾ ਹੈ। ਸੋ ਇਹ ਸੀ ਅੱਜ ਦੇ ਕੁਐਸਚਨਸ, ਇਹ ਬਹੁਤ ਇੰਪੋਰਟੈਂਟ ਨੇ। ਆਈ ਹੋਪ ਤੁਹਾਨੂੰ ਸਾਰਿਆਂ ਨੂੰ ਅੱਜ ਦੇ ਕੁਐਸਚਨ ਸਮਝ ਆ ਗਏ ਹੋਣਗੇ। ਚੈਨਲ ਨੂੰ ਸਬਸਕ੍ਰਾਈਬ ਕਰੋ, ਚੈਨਲ ਤੇ ਬਣੇ ਰਹੋ ਤੇ ਅੱਗੇ ਵੀ ਇਹ ਵੀਡੀਓਜ਼ ਸ਼ੇਅਰ ਕਰੋ। ਥੈਂਕ ਯੂ।